ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल, तुसीं देख रहे हो पंजाब मेल USA TV। मैं सुरभि। खबरां दे इस बुलेटिन 'ਚ ਤੁਹਾਡਾ बहुत-बहुत स्वागत है। पेश आन आज ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੁਣ ਅਮਰੀਕਾ ਵੀ ਭਾਰਤ ਖਿਲਾਫ ਜਾਂਚ ਤੇ ਦੇ ਰਿਹਾ ਹੈ ਜ਼ੋਰ। ਕਿਹਾ ਕੈਨੇਡਾ ਦੇ ਦੋਸ਼ ਹਨ ਗੰਭੀਰ। ਕੈਨੇਡਾ 'ਚ 8 ਲੱਖ ਪੰਜਾਬੀ ਨੌਜਵਾਨਾਂ ਦਾ ਭਵਿੱਖ ਖਤਰੇ 'ਚ। ਭਾਰਤ ਨਾਲ ਵਿਗੜੇ ਰਿਸ਼ਤਿਆਂ ਨੇ ਵਧਾਈ ਚਿੰਤਾ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਦਾ ਕੀਤਾ ਗਿਆ ਸਨਮਾਨ। 107 ਸੰਸਦ ਮੈਂਬਰ ਤੇ ਵਿਧਾਇਕ ਖਿਲਾਫ ਦਰਜ ਹਨ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੇਣ ਦੇ ਦੋਸ਼। ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ SGPC ਚੋਣਾਂ ਸੰਬੰਧੀ ਸੀਐਮ ਭਗਵੰਤ ਮਾਨ ਨੇ ਕੀਤਾ ਅਹਿਮ ਐਲਾਨ। ਹੁਣ ਖਬਰਾਂ ਵਿਸਥਾਰ ਦੇ ਨਾਲ। ਭਾਰਤ ਕੈਨੇਡਾ ਤਣਾਅ ਦੇ ਵਿਚਕਾਰ ਅਮਰੀਕਾ ਨੇ ਇੱਕ ਵਾਰ ਫਿਰ ਜਾਂਚ ਦਾ ਮੁੱਦਾ ਉਠਾਇਆ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਲਾਏ ਗਏ ਦੋਸ਼ ਗੰਭੀਰ ਹਨ। ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਭਾਰਤ ਤੋਂ ਜਾਂਚ ਵਿੱਚ ਸਹਿਯੋਗ ਦੀ ਮੰਗ ਕੀਤੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਭਾਰਤ ਨਾਲ ਜੋੜਿਆ ਸੀ। ਵਾਈਟ ਹਾਊਸ ਦੇ ਅਧਿਕਾਰੀ ਜੌਨ ਕਿਰਬੀ ਨੇ ਕਿਹਾ ਕਿ ਇਸ ਮੁੱਦੇ ਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਵਿਚਕਾਰ ਚਰਚਾ ਹੋਈ। ਉਹਨਾਂ ਨੇ ਵੀ ਕਿਹਾ ਕਿ ਇਸ ਮੁੱਦੇ ਤੇ ਚਰਚਾ ਕੀਤੀ ਗਈ ਹੈ। ਅਸੀਂ ਦੋਵਾਂ ਦੇਸ਼ਾਂ ਨੂੰ ਉਹਨਾਂ ਦੇ ਦੁਵੱਲੇ ਸਬੰਧਾਂ ਤੇ ਛੱਡ ਦਿੰਦੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਇਸ ਮੁੱਦੇ ਤੇ ਸਪਸ਼ਟ ਕਰ ਚੁੱਕੇ ਹਾਂ ਕਿ ਦੋਸ਼ ਗੰਭੀਰ ਹਨ ਅਤੇ ਇਹਨਾਂ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਣ ਦੀ ਲੋੜ ਹੈ। ਅਸੀਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਭਾਰਤ ਨੂੰ ਜਾਂਚ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਵੀ ਕਿਹਾ ਸੀ ਕਿ ਕੈਨੇਡਾ ਦੀ ਜਾਂਚ ਨੂੰ ਅੱਗੇ ਵਧਾਉਣਾ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨਾ ਜ਼ਰੂਰੀ ਹੈ। ਅਸੀਂ ਪਹਿਲਾਂ ਨਿੱਜੀ ਅਤੇ ਜਨਤਕ ਤੌਰ ਤੇ ਇਹ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਕੈਨੇਡਾ ਦੀ ਜਾਂਚ ਅਤੇ ਉਹਨਾਂ ਦੇ ਯਤਨਾਂ ਦੇ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪਟੇਲ ਨੇ ਵੀ ਕਿਹਾ ਕਿ ਅਸੀਂ ਕਵਾੜ ਸਮੇਤ ਕਈ ਥਾਵਾਂ ਤੇ ਭਾਰਤ ਤੇ ਭਾਈਵਾਲ ਹਾਂ ਅਤੇ ਅਸੀਂ ਖੇਤਰ ਦੇ ਕਈ ਮਹੱਤਵਪੂਰਨ ਮੁੱਦਿਆਂ ਤੇ ਉਹਨਾਂ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਪਰ ਜਿਵੇਂ ਹੀ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਕਿਹਾ ਸੀ ਕਿ ਅਸੀਂ ਇਹਨਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਅਸੀਂ ਨਾ ਸਿਰਫ ਕੈਨੇਡੀਅਨ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ, ਸਗੋਂ ਭਾਰਤ ਸਰਕਾਰ ਨੂੰ ਕੈਨੇਡਾ ਦਾ ਸਮਰਥਨ ਕਰਨ ਲਈ ਜਨਤਕ ਅਤੇ ਨਿੱਜੀ ਤੌਰ ਤੇ ਵੀ ਅਪੀਲ ਕੀਤੀ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਸਭ ਤੋਂ ਵੱਧ ਪੰਜਾਬੀ ਚਿੰਤਾ ਦੇ ਵਿੱਚ ਹਨ। ਫਿਰ ਚਾਹੇ ਭਾਰਤ 'ਚ ਰਹਿੰਦੇ ਹੋਣ ਜਾਂ ਫਿਰ ਕੈਨੇਡਾ ਵਿੱਚ ਰਹਿੰਦੇ ਹੋਣ। ਸਵਾਲ ਇਹ ਹੈ ਕਿ ਜਿਹੜੇ ਉਜਵਲ ਭਵਿੱਖ ਦੀ ਭਾਲ ਵਿੱਚ ਕੈਨੇਡਾ ਆਏ ਸਨ ਪੰਜਾਬੀ, ਜਿਨ੍ਹਾਂ ਨੇ ਹਾਲੇ ਤੱਕ PR ਹਾਸਲ ਨਹੀਂ ਕੀਤੀ, ਉਹਨਾਂ ਦੀ ਕੀ ਬਣੇਗਾ? ਕੈਨੇਡਾ ਗਏ ਭਾਰਤੀਆਂ ਵਿੱਚੋਂ 8 ਲੱਖ ਪੰਜਾਬੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਯਾਨੀ ਕਿ PR ਦੀ ਉਡੀਕ ਹੈ। ਤਾਜ਼ਾ ਸਰਵੇਖਣ ਅਨੁਸਾਰ ਕੈਨੇਡਾ ਵਿੱਚ 21,98,679 ਲੋਕ ਨੌਨ ਪਰਮਿਟ ਰੈਜ਼ੀਡੈਂਸ ਅਧੀਨ ਰਹਿੰਦੇ ਹਨ, ਯਾਨੀ ਕਿ NPR ਦੇ ਅਧੀਨ ਰਹਿੰਦੇ ਹਨ, ਜਿਨ੍ਹਾਂ ਦੇ ਵਿੱਚੋਂ 37% ਪੰਜਾਬੀ ਹਨ। ਇਹਨਾਂ ਦੀ ਗਿਣਤੀ 8 ਲੱਖ ਬਣਦੀ ਹੈ। ਹਾਲਾਤ ਇਹ ਹਨ ਕਿ ਵੱਧਦੇ ਤਣਾਅ ਕਾਰਨ 8 ਲੱਖ ਪੰਜਾਬੀ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹਨ। ਇਹਨਾਂ ਦੇ ਵਿੱਚ 3,20,000 ਵਿਦਿਆਰਥੀ ਸ਼ਾਮਲ ਹਨ। ਭਾਵੇਂ ਕੈਨੇਡੀਅਨ ਸਰਕਾਰ ਨੇ ਅਜਿਹਾ ਕੋਈ ਸਖਤ ਕਦਮ ਨਹੀਂ ਚੁੱਕਿਆ ਜਿਸ ਨਾਲ 8 ਲੱਖ ਪੰਜਾਬੀ ਨੌਜਵਾਨਾਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇ, ਪਰ ਮੌਜੂਦਾ ਤਣਾਅ ਨੇ ਉਹਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕੈਨੇਡਾ ਦੇ ਵਿੱਚ 2021 ਦੇ ਮੁਕਾਬਲੇ NPR ਵਿੱਚ ਸਾਲ 44% ਦਾ ਵਾਧਾ ਹੋਇਆ। ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀ ਖੁਦ ਇਸ ਤੋਂ ਕਾਫੀ ਹੈਰਾਨ ਹਨ, ਕਿਉਂਕਿ ਕੈਨੇਡਾ ਦੇ ਵਿੱਚ NPRs ਦੀ ਗਿਣਤੀ 10 ਲੱਖ ਤੋਂ ਵੱਧ ਨਹੀਂ ਹੋਈ ਸੀ। 2021 ਦੇ ਆંકੜੇ ਦਰਸਾਉਂਦੇ ਹਨ ਕਿ ਕੈਨੇਡਾ ਦੇ ਵਿੱਚ 9,25,000 ਤੋਂ ਘੱਟ NPR ਸਨ, ਜਦਕਿ ਇਹ ਗਿਣਤੀ ਹੁਣ 2.1 ਮਿਲੀਅਨ ਨੂੰ ਪਾਰ ਕਰ ਗਈ ਹੈ, ਜਿਸ ਵਿੱਚ ਬਹੁਤ ਜ਼ਿਆਦਾ ਪੰਜਾਬੀ ਮੂਲ ਦੇ ਨੌਜਵਾਨ ਸ਼ਾਮਲ ਹਨ। ਪੰਜਾਬੀ ਮੂਲ ਦੇ ਲੋਕ ਅਲਬਰਟਾ ਵੱਲ ਵੱਧ ਗਏ ਹਨ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਸਤਲੁਜ ਕਲੱਬ ਲੁਧਿਆਣਾ ਵਿਖੇ ਪੰਜਾਬ ਮੇਲ USA TV ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਮੁਖੀ ਸ਼੍ਰੀ KK ਬਾਵਾ ਨੇ ਕਿਹਾ ਕਿ ਗੁਰਜਤਿੰਦਰ ਸਿੰਘ ਰੰਧਾਵਾ ਪਿਛਲੇ ਲੰਬੇ ਸਮੇਂ ਤੋਂ ਭਾਈਚਾਰੇ 'ਚ ਪੱਤਰਕਾਰੀ ਦੀ ਸੇਵਾ ਨਿਭਾ ਰਹੇ ਹਨ। ਉਹਨਾਂ ਨੇ ਕਿਹਾ ਕਿ ਸਰਦਾਰ ਰੰਧਾਵਾ ਨੇ ਹਮੇਸ਼ਾ ਹੀ ਨਿਰਪੱਖ ਪੱਤਰਕਾਰੀ ਕੀਤੀ ਹੈ। ਸਮੇਂ-ਸਮੇਂ ਤੇ ਇਹ ਸਮਾਜ ਨਾਲ ਸੰਬੰਧਿਤ
संबंधित मुद्दे उठा के जागरूकता लियाउण दी कोशिश करते रहे हैं। इस दौरान साबका मंत्री सरदार मलकीत सिंह दाखा ने बोलदिਆਂ ਇਹ ਵੀ ਕਿਹਾ कि जिथे गुरजतिंदर सिंह रंधावा एक उगे पत्रकार हैं, उत्थे ਉਹ एक चंगे इंसान भी हैं। इन्हां ਵੱਲੋਂ अखबार टीवी ਦੇ पत्रकारी तो इलावा 7 किताबां ਹੁਣ तक छप चुकीਆਂ हैं। इन्हां किताबां ਦੇ ਵਿੱਚ सरदार रंधावा ने ਜਿਹੜੇ पक्ष पेश ਕੀਤੇ ਹਨ ਉਹ ਕਿਸੇ ਸਮੇਂ ਇਤਿਹਾਸ ਦੇ ਸੋਮੇ ਬਣਨਗੇ। इस मौके सरदार रंधावा ਨੂੰ ਸਮੂਹ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ कि पत्रकारी ਰਾਹੀਂ समाज ਦੀ सेवा करना साडा फर्ज है, सो मैं इसे तरह अपनी ड्यूटी सदा निभाउंदा रहांगा। बाबा बंदा सिंह बहादुर इंटरनेशनल फाउंडेशन ਵੱਲੋਂ सरदार रंधावा ਨੂੰ ट्रॉफी ਸਰੋਪਾਓ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। देश के कुल 107 संसद मैंबरां ਅਤੇ ਵਿਧਾਇਕਾਂ ਦੇ ਖਿਲਾਫ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੇਣ ਦੇ ਦੋਸ਼ 'ਚ ਮਾਮਲੇ ਦਰਜ ਹਨ ਅਤੇ ਪਿਛਲੇ 5 ਸਾਲਾਂ 'ਚ ਅਜਿਹੇ ਮਾਮਲਿਆਂ ਦਾ ਸਾਹਮਣਾ ਕਰ ਰਹੇ 480 ਉਮੀਦਵਾਰਾਂ ਨੇ ਚੋਣ ਲੜੀ ਹੈ। एसोसिएशन फॉर डेमोक्रेटिक रिफॉर्म्स यानी कि ADR ਦੇ आंकड़िਆਂ ਤੋਂ ਇਹ ਜਾਣਕਾਰੀ ਮਿਲੀ। ADR ਅਤੇ ਨੈਸ਼ਨਲ ਇਲੈਕਸ਼ਨ ਵਾਚ यानी कि NEW ਨੇ ਸਾਰੇ ਮੌਜੂਦਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਤੋਂ ਇਲਾਵਾ ਪਿਛਲੇ 5 ਸਾਲਾਂ 'ਚ ਦੇਸ਼ 'ਚ ਹੋਈਆਂ ਚੋਣਾਂ 'ਚ ਅਸਫਲਤਾ ਉਮੀਦਵਾਰਾਂ ਦੇ ਚੋਣ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਕਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਆਪਣੇ ਖਿਲਾਫ ਨਫ਼ਰਤੀ ਭਾਸ਼ਣ ਨਾਲ ਸੰਬੰਧਿਤ ਮਾਮਲਿਆਂ ਦਾ ਐਲਾਨ ਕੀਤਾ। ਇਹ ਵਿਸ਼ਲੇਸ਼ਣ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵੱਲੋਂ ਪਿਛਲੀਆਂ ਚੋਣਾਂ ਲੜਨ ਤੋਂ ਪਹਿਲਾਂ ਦਿੱਤੇ ਗਏ ਹਲਫਨਾਮਿਆਂ ਤੇ ਆਧਾਰਿਤ ਹੈ। ਵਿਸ਼ਲੇਸ਼ਣ ਅਨੁਸਾਰ 33 ਸੰਸਦ ਮੈਂਬਰਾਂ ਨੇ ਆਪਣੇ ਖਿਲਾਫ ਨਫ਼ਰਤੀ ਭਾਸ਼ਣ ਨਾਲ ਸੰਬੰਧਿਤ ਮਾਮਲਿਆਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਚੋਂ 7 ਉੱਤਰ ਪ੍ਰਦੇਸ਼ ਤੋਂ, 4 ਤਾਮਿਲਨਾਡੂ ਤੋਂ, 3 ਬਿਹਾਰ, ਕਰਨਾਟਕ ਅਤੇ ਤੇਲੰਗਾਨਾ ਤੋਂ, ਜਦਕਿ 2 ਅਸਾਮ, ਗੁਜਰਾਤ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਤੋਂ ਅਤੇ ਇੱਕ ਝਾਰਖੰਡ, ਮੱਧ ਪ੍ਰਦੇਸ਼, ਕੇਰਲਾ, ਓਡੀਸ਼ਾ ਅਤੇ ਪੰਜਾਬ ਤੋਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੂੰ ਲੈ ਕੇ ਸੀਐਮ ਮਾਨ ਨੇ ਅਹਿਮ ਜਾਣਕਾਰੀ ਦਿੱਤੀ ਹੈ। ਸੀਐਮ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ सीएम मान ने लिखा है कि श्रोमणी गुरुद्वारा प्रबंधक कमेटी दियां लंबे समय तो उडीकियां जा रही चोणां दे संबंध च अहम जानकारी 1 अक्तूबर 2023 तो नवीं वोटां बनाउण ते वोटर सूचियां दी सुधाई दी प्रक्रिया शुरू हो गई है। बाकी वेरवे जल्दी दसांगे। दस दईए कि श्रोमणी गुरुद्वारा प्रबंधक कमेटी दियां चोणां जल्द ही करवाईयां जा सकदियां हन। पिछले 10-11 साल तो SGPC दियां चोणां नहीं करवाईयां गईयां। दस दईए कि 1 अक्तूबर तो नवीं वोटां बनाउण दा काम शुरू होवेगा। वोटर लिस्टां च सुधाई दी प्रक्रिया भी जल्द शुरू हो गई है। आम आदमी पार्टी के संसद मैंबर संजय सिंह के घर इन्फोर्समेंट डायरैक्टोरेट यानी कि ED ने छापेमारी की। दसिया जा रहा है कि ED ने यह छापेमारी दिल्ली की विवादित शराब नीति च कपले नूं लैके की है। इस तो पहला संजय सिंह के करीबिया के इत्थे भी छापे पे हैं। शराब कपले की चार्जशीट च भी संजय सिंह का नाम सी। दिल्ली के साबका उप मुख्यमंत्री मनीष सिसोदिया भी शराब नीति च कपले के मामले च गिरफ्तार हुए हैं। ED ने अपने चार्जशीट च दोष लगाया सी कि शराब कपले के दोषी व्यापारी दिनेश अरोड़ा ने दिल्ली के मुख्यमंत्री अरविंद केजरीवाल दे नाल उन्हां दे घर मुलाकात की सी। इस बैठक च संजय सिंह भी मौजूद सन। ED ने दिनेश अरोड़ा वालों दिते बयान अनुसार वो सब तो एक प्रोग्राम च संजय सिंह नूं मिलिया सी। इस तो बाद वो मनीष सिसोदिया के संपर्क च आया। सूत्रा का कहना है कि यह दिल्ली चोणां तो पहला आप नेता वालों आयोजित एक फंड जुटाउण दा प्रोग्राम सी। पिछले समय दौरान पंजाब सरकार वालों द पंजाब स्कूल टीचर्स एक्सटेंशनस इन सर्विस एक्ट 2015 लागू किया गया सी ताकि स्कूली बच्चों का विद्यक साल खराब ना होवे। हुण एक बार फिर पंजाब सरकार ने बच्चों की सिक्ख्या नूं ध्यान च रखते हुए इस एक्ट तहत 31 अगस्त तो बाद रिटायर होने वाले अध्यापकों नूं 31 मार्च तक की सेवा च वाधा देने का फैसला किया। इस एक्ट तहत पहला भी उन्हां प्रिंसीपलों नूं सेवा च वाधा दिता गया है जो प्रशासनिक कार्यां तो इलावा विद्यक कार्यां भी देखते हैं। सरकार वालों जारी पत्र मुताबिक इस तरह देखा गया है कि विद्यक सैशन दौरान जो प्रिंसीपल सेवा मुक्त हो जाते हैं तो बच्चों की सिक्ख्या ते प्रभाव पैंदा है। इस तो इलावा सिक्ख्या विभाग च प्रिंसीपलों के लगभग 500 अहुदे खाली हैं। इस दौरान विभाग च प्रिंसीपलों की कमी और बच्चों की पढ़ाई नूं देखते हुए फैसला लिया गया। उक्त एक्ट तहत जो प्रिंसीपल 31 अगस्त तो 28 जनवरी विचकार सेवा मुक्त होणगे तां ऑप्शन देण ते वो 31 मार्च तक सेवा वाधे दे पात्र होणगे, चाहे उन्हां वल्लों स्कूल विच पीरियड लगाए जांदे हन जां नहीं।
ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੰਗਲਵਾਰ ਸ਼ਾਮ ਨੂੰ CIA ਸਟਾਫ ਖਰੜ ਵੱਲੋਂ ਸਖਤ ਸੁਰੱਖਿਆ ਹੇਠ ਡੇਰਾ ਬੱਸੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਉਹ 6 ਦਿਨਾਂ ਦੇ ਪੁਲਿਸ ਰਿਮਾਂਡ ਤੇ ਸੀ ਅਤੇ ਪੇਸ਼ੀ ਮਗਰੋਂ ਡੇਰਾ ਬੱਸੀ ਅਦਾਲਤ ਨੇ ਉਸ ਦਾ ਪੁਲਿਸ ਰਿਮਾਂਡ 6 ਦਿਨ ਦਾ ਹੋਰ ਵਧਾ ਦਿੱਤਾ ਹੈ। ਭਗਵਾਨਪੁਰੀਆ ਦੇ ਦੋਸ਼ ਹੈ ਕਿ ਪਿਛਲੇ ਸਾਲ ਅਗਸਤ 'ਚ ਜ਼ਿਰਕਪੁਰ 'ਚ ਪੁਲਿਸ ਮੁਕਾਬਲੇ 'ਚ ਫੜੇ ਗਏ ਅਨਿਲ ਕੁਮਾਰ ਨੂੰ ਉਸ ਦੇ ਬੰਦਿਆਂ ਨੇ ਹਥਿਆਰ ਮੁਹੱਈਆ ਕਰਵਾਏ ਸਨ। 27 ਸਤੰਬਰ ਨੂੰ ਡੇਰਾ ਬੱਸੀ ਅਦਾਲਤ ਤੋਂ ਉਸ ਦਾ 3 ਅਕਤੂਬਰ ਤੱਕ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਹੁਣ ਉਸ ਨੂੰ 9 ਅਕਤੂਬਰ ਨੂੰ ਮੁੜ ਡੇਰਾ ਬੱਸੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਕਈ ਨੇ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਅਜੇ ਕਿਸੇ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੀਨੀਅਰ ਐਡਵੋਕੇਟ ਗੁਰਿੰਦਰ ਸਿੰਘ ਗੈਰੀ ਨਵੇਂ ਐਡਵੋਕੇਟ ਜਨਰਲ ਹੋ ਸਕਦੇ ਹਨ ਤੇ ਇਸ ਸੰਬੰਧੀ ਅੱਜ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਉਹਨਾਂ ਦੀ ਕਾਰਜ ਪ੍ਰਣਾਲੀ ਤੋਂ ਖੁਸ਼ ਨਹੀਂ ਸੀ। ਏਜੀ ਵਿਨੋਦ ਕਈ ਮਾਮਲਿਆਂ 'ਚ ਸਰਕਾਰ ਦੀ ਕਿਰਕਰੀ ਕਰਵਾ ਚੁੱਕੇ ਹਨ, ਪਰ ਜਿੰਨੀ ਕਿਰਕਰੀ ਪੰਚਾਇਤਾਂ ਨੂੰ ਭੰਗ ਕਰਨ ਤੇ ਉਸ ਦੇ ਅਗਲੇ ਦਿਨ ਜ਼ਿਲ੍ਹਾ ਸਮਿਤੀਆਂ ਨੂੰ ਭੰਗ ਕਰਨ ਲਈ ਜਾਰੀ ਕੀਤੇ ਗਏ ਆਦੇਸ਼ਾਂ ਨੂੰ ਹਾਈ ਕੋਰਟ 'ਚ ਵਾਪਸ ਲਿਆ ਗਿਆ। ਉਸ ਨੇ ਵਿਰੋਧੀ ਪਾਰਟੀਆਂ ਨੂੰ ਸਰਕਾਰ ਤੇ ਹਮਲਾ ਕਰਨ ਦਾ ਇੱਕ ਵੱਡਾ ਮੁੱਦਾ ਸੌਂਪ ਦਿੱਤਾ। ਹਾਲਾਂਕਿ ਪੰਚਾਇਤਾਂ ਭੰਗ ਕਰਨ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ DK ਤਿਵਾੜੀ ਤੇ ਵਿਭਾਗ ਤੇ ਡਾਇਰੈਕਟੋਰੇਟ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਅੱਤਲ ਕਰ ਦਿੱਤਾ ਹੈ, ਪਰ ਸਰਕਾਰ ਦੀ ਇਸ ਕਾਰਵਾਈ ਨੂੰ ਵੀ ਇੱਕ ਪਾਸੜ ਮੰਨਿਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਪਰਤਿੰਦਰ ਸਿੰਘ ਚਾਹਲ ਨੂੰ ਪੰਜਾਬ ਦੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਪਰਤਿੰਦਰ ਚਾਹਲ ਨੂੰ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਵਿਜੀਲੈਂਸ ਨੇ ਪਰਤਿੰਦਰ ਸਿੰਘ ਚਾਹਲ ਖਿਲਾਫ ਕਾਰਵਾਈ ਕਰਦੇ ਹੋਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਦੀ ਟੀਮ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪਿਛਲੇ ਕਈ ਦਿਨਾਂ ਤੋਂ ਪਰਤਿੰਦਰ ਸਿੰਘ ਚਾਹਲ ਦੇ ਘਰ ਅਤੇ ਉਸ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਵਿਜੀਲੈਂਸ ਨੇ ਆਪਣੀ ਜਾਂਚ ਵਿੱਚ ਦੱਸਿਆ ਕਿ ਪਰਤਿੰਦਰ ਸਿੰਘ ਚਾਹਲ ਦੇ ਆਮਦਨ ਤੋਂ 305% ਵੱਧ ਜਾਇਦਾਦ ਬਣਾਈ ਹੈ, ਪਰ ਸਾਬਕਾ ਸਲਾਹਕਾਰ ਚਾਹਲ ਵਿਜੀਲੈਂਸ ਦੇ ਹੱਥ ਨਹੀਂ ਆਇਆ ਤੇ ਬਾਹਰੀ ਹਾਈ ਕੋਰਟ ਤੋਂ ਜ਼ਮਾਨਤ ਲੈ ਲਈ ਹੈ। ਚਾਹਲ ਨੇ ਅਦਾਲਤ ਵਿੱਚ ਕਿਹਾ ਕਿ ਵਿਜੀਲੈਂਸ ਵੱਲੋਂ ਪਿਛਲੇ ਸਾਲ ਨਵੰਬਰ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ। ਉਹਨਾਂ ਨੇ ਆਪਣੇ ਸਾਰੇ ਬੈਂਕ ਖਾਤੇ, ਜਾਇਦਾਦਾਂ ਤੇ ਆਮਦਨ ਦਾ ਪੂਰਾ ਵੇਰਵਾ ਵੀ ਦੇ ਦਿੱਤਾ ਹੈ। ਇਸ ਦੇ ਬਾਵਜੂਦ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ। ਗੈਂਗਸਟਰ ਕੌਸ਼ਲ ਚੌਧਰੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੈਂਗਸਟਰ ਕੌਸ਼ਲ ਨੇ ਪੁਲਿਸ ਰਿਮਾਂਡ ਦੌਰਾਨ CIA ਪਾਲਮ ਬਿਹਾਰ ਦੀ ਸੈੱਲ ਵਿੱਚ ਵਾਲ ਕੱਟਣ ਵਾਲੀ ਮਸ਼ੀਨ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਖਿਲਾਫ ਇੱਕ ਹੋਰ ਸ਼ਿਕਾਇਤ ਦਰਜ ਕਰਕੇ ਉਸ ਦਾ ਰਿਮਾਂਡ ਲਿਆ ਗਿਆ ਹੈ। ਗੁਰੂਗ੍ਰਾਮ ਪੁਲਿਸ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਗੈਂਗਸਟਰ ਕੌਸ਼ਲ ਚੌਧਰੀ ਨੇ ਦੱਸਿਆ ਕਿ ਉਸ ਦੇ ਸਿਰ 'ਚ ਖੁਜਲੀ ਹੋ ਰਹੀ ਹੈ। ਉਸਨੇ ਆਪਣੇ ਵਾਲ ਅਤੇ ਦਾੜੀ ਕੱਟਣੀ ਹੈ, ਜਿਸ ਕਾਰਨ ਪੁਲਿਸ ਨੇ ਕੌਸ਼ਲ ਦੀ ਸ਼ੇਵ ਕਰਨ ਲਈ ਨੇੜਲੇ ਸੈਲੂਨ ਸੰਚਾਲਕ ਨੂੰ ਬੁਲਾਇਆ ਸੀ। ਕੌਸ਼ਲ ਨੇ ਸ਼ੇਵ ਕਰਦੇ ਸਮੇਂ ਮਸ਼ੀਨ ਨਾਲ ਆਪਣੀ ਗਰਦਨ ਤੇ ਨਸ ਕੱਟਣ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਨਿਗਰਾਨੀ 'ਚ ਲੱਗੀ CIA ਟੀਮ ਨੇ ਉਸ ਦੀ ਖੁਦਕੁਸ਼ੀ ਦੇ ਇਰਾਦੇ ਨੂੰ ਨਾਕਾਮ ਕਰ ਦਿੱਤਾ। ਇਸ ਦੌਰਾਨ ਕੌਸ਼ਲ ਦੀ ਗਰਦਨ ਤੇ ਜ਼ਖਮ ਹੋ ਗਏ, ਪਰ ਉਹ ਜਾਨਲੇਵਾ ਨਹੀਂ ਹਨ। ਕੌਸ਼ਲ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੁਲਿਸ ਟੀਮ ਨੇ ਪਾਲਮ ਵਿਹਾਰ ਥਾਣੇ 'ਚ ਮਾਮਲਾ ਦਰਜ ਕਰ ਲਿਆ। ਉੱਤਰੀ ਭਾਰਤ ਵਿੱਚ ਗੈਂਗਸਟਰ ਕੌਸ਼ਲ ਖਿਲਾਫ ਕਤਲ ਦੀ ਕੋਸ਼ਿਸ਼, ਫਿਰੌਤੀ, ਲੁੱਟ-ਖੋਹ ਸਮੇਤ ਦਰਜਨਾਂ ਗੰਭੀਰ ਮਾਮਲੇ ਦਰਜ ਹਨ। ਇਨ੍ਹਾਂ ਮਾਮਲਿਆਂ ਵਿੱਚ ਕੌਸ਼ਲ ਖਿਲਾਫ ਵੱਖ-ਵੱਖ ਅਦਾਲਤਾਂ ਵਿੱਚ ਸੁਣਵਾਈ ਚੱਲ ਰਹੀ ਹੈ। ਪੰਜਾਬ ਦੇ ਗੈਂਗਸਟਰ ਦਵਿੰਦਰ ਬੰਬੀਹਾ ਦੇ ਕਤਲ ਤੋਂ ਬਾਅਦ ਕੌਸ਼ਲ ਚੌਧਰੀ ਗੈਂਗ ਦੀ ਕਮਾਨ ਸੰਭਾਲ ਰਿਹਾ ਹੈ। ਬੰਬੀਹਾ ਸਿੰਡੀਕੇਟ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਕੌਸ਼ਲ ਚੌਧਰੀ ਆਪਣੇ ਸਾਥੀਆਂ ਰਾਹੀਂ ਪੰਜਾਬ ਦੇ ਮੁਹਾਲੀ ਵਿੱਚ ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਅਤੇ ਜਲੰਧਰ ਦੇ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਸਮੇਤ ਕਈ ਕਤਲ ਕਰਵਾ ਚੁੱਕਾ ਹੈ। महाराष्ट्र के नांदेड़ के सरकारी अस्पताल से मंगलवार देर रात 7 होर मरीजों की मौत हो गई है, जिन्हां च 4 बच्चे दसे जा रहे हैं। बीते दिन खबर आई सी कि अस्पताल दे विच 24 घंटिया 24 लोगों की मौत हो गई सी। 48 घंटिया बाद डॉक्टर शंकर राव चौहान मैडिकल कॉलेज और अस्पताल च मरण वाले की गिनती वध के 35 हो गई है, जिन्हां च 16 बच्चे भी शामिल हैं। इस बाद तो सूबे दे हड़कंप मच गया है। महाराष्ट्र के मैडिकल सिक्ख्या मंत्री हसन मुशरीफ ने कहा है कि ਅਸੀਂ पूरी जांच करांगे। उन्होंने कहा कि मैं महाराष्ट्र के मुख्यमंत्री एकनाथ शिंदे ਅਤੇ उप मुख्यमंत्री देवेंद्र फडणवीस ਨੂੰ इस संबंधी जानकारी दी है ਤੇ ਉਹਨਾਂ ਨੇ अस्पताल का दौरा ਕਰਨਗੇ ਅਤੇ ਉਹ ਡਾਕਟਰ ਦੀ ਇੱਕ ਕਮੇਟੀ ਵੀ ਬਣਾਉਣਗੇ। ਉੱਥੇ ਹੀ अस्पताल ਦੇ ਡੀਨ ਡਾਕਟਰ ਸ਼ਾਮਰਾਓ ਵਕੋਡੋ ਨੇ अस्पताल ਤੇ ਲੱਗੇ ਲਾਪਰਵਾਹੀ ਤੇ ਦੋਸ਼ਾਂ ਨੂੰ ਨਕਾਰ ਦਿੱਤਾ। ਉਹਨਾਂ ਨੇ ਕਿਹਾ अस्पताल 'ਚ ਨਾ ਤਾਂ ਦਵਾਈਆਂ ਦੀ ਘਾਟ ਹੈ ਤੇ ਨਾ ਹੀ ਇੱਥੇ ਡਾਕਟਰਾਂ ਦੀ ਘਾਟ ਹੈ। ਉਹਨਾਂ ਨੇ ਦੱਸਿਆ ਕਿ ਇਲਾਜ ਦੇ ਬਾਵਜੂਦ ਮਰੀਜ਼ ਦੇ
ਇਲਾਜ ਦਾ ਕੋਈ ਅਸਰ ਨਹੀਂ ਹੋ ਰਿਹਾ। ਉੱਥੇ ਹੀ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਡੀ ਨੇ ਦੱਸਿਆ ਕਿ ਸਤੰਬਰ 3 ਤੋਂ ਲੈ ਕੇ 1 ਅਕਤੂਬਰ ਦਰਮਿਆਨ ਪੈਦਾ ਹੋਏ 12 ਬੱਚਿਆਂ ਦੀ ਮੌਤ ਹੋਈ ਹੈ। ਬੱਚਿਆਂ ਦੀ ਮੌਤ ਦਾ ਕਾਰਨ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਸਾਰੇ ਬੱਚੇ 3 ਦਿਨ ਦੇ ਸਨ ਅਤੇ ਉਹਨਾਂ ਦਾ ਭਾਰ ਵੀ ਬਹੁਤ ਘੱਟ ਸੀ। ਦਿੱਲੀ एनसीआर ਤੇ ਉੱਤਰ ਪ੍ਰਦੇਸ਼ ਸਮੇਤ ਕਈ ਥਾਵਾਂ ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਪੰਜਾਬ, ਲਖਨਊ, ਬਰੇਲੀ, ਰਾਮਪੁਰ, ਮੁਰਾਦਾਬਾਦ, ਸ਼ਾਹਜਹਾਂਪੁਰ ਆਦਿ ਸਮੇਤ ਉੱਤਰ ਪ੍ਰਦੇਸ਼ ਦੇ ਕਈ ਥਾਵਾਂ ਤੇ ਲੋਕਾਂ ਨੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਨੈਸ਼ਨਲ ਸੈਂਟਰ ਫॉर ਸਿਸਮੋਲੋਜੀ ਮੁਤਾਬਿਕ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ, ਜਿਸ ਦਾ ਕੇਂਦਰ ਨੇਪਾਲ ਦੇ ਦੀਪਿਆਲ ਤੋਂ 48 ਕਿਲੋਮੀਟਰ ਦੂਰ ਜ਼ਮੀਨ ਤੋਂ 5 ਕਿਲੋਮੀਟਰ ਦੀ ਡੂੰਘਾਈ ਤੇ ਸੀ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਲਖਨਊ, ਬਰੇਲੀ, ਰਾਮਪੁਰ, ਮੁਰਾਦਾਬਾਦ, ਸ਼ਾਹਜਹਾਂਪੁਰ ਆਦि ਸਮੇਤ ਕਈ ਥਾਵਾਂ ਤੇ ਲੋਕਾਂ ਨੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਜੇ ਤੁਸੀਂ ਕੈਪਰੀ ਜਾਂ ਸ਼ੋਰਟਸ ਪਾ ਕੇ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 4 ਵਿੱਚ ਜਾ ਰਹੇ ਹੋ ਤਾਂ ਸਾਵਧਾਨ ਰਹੋ। ਥਾਣੇ ਦੇ ਬਾਹਰ ਖੜੇ ਮੰਤਰੀ ਅਜਿਹੇ ਪਹਿਰਾਵੇ ਪਹਿਨਣ ਵਾਲਿਆਂ ਨੂੰ ਅੰਦਰ ਨਹੀਂ ਜਾਣ ਦੇਣਗੇ। ਥਾਣਾ ਇੰਚਾਰਜ ਨੇ ਥਾਣਾ ਆਉਣ ਵਾਲੇ ਲੋਕਾਂ ਲਈ ਡਰੈਸ ਕੋਡ ਲਾਗੂ ਕਰ ਦਿੱਤਾ ਹੈ। ਥਾਣੇ ਦੇ ਮੁੱਖ ਗੇਟ ਤੇ ਇੱਕ ਥਾਂ ਤੇ ਨਹੀਂ ਸਗੋਂ 2 ਥਾਵਾਂ ਤੇ ਨੋਟਿਸ ਚਿਪਕਾਏ ਗਏ ਹਨ ਕਿ ਕੈਪਰੀ ਨਿੱਕਰ ਪਾ ਕੇ ਥਾਣੇ ਅੰਦਰ ਆਉਣਾ ਮਨਾ ਹੈ। ਭਾਵੇਂ ਕਿ ਪੁਲਿਸ ਸਟੇਸ਼ਨ ਵਿੱਚ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣ ਵਾਲਿਆਂ ਲਈ ਡੀਜੀਪੀ ਦਫ਼ਤਰ ਜਾਂ ਪੁਲਿਸ ਕਮਿਸ਼ਨਰ ਦਫ਼ਤਰ ਵੱਲੋਂ ਕੋਈ ਹੁਕਮ ਨਹੀਂ ਹੈ, ਪਰ ਇਹ ਨੋਟਿਸ ਪੁਲਿਸ ਥਾਣਾ ਡਿਵੀਜ਼ਨ ਨੰਬਰ 4 ਵਿੱਚ ਆਪਣੇ ਪੱਧਰ ਤੇ ਚਿਪਕਾਇਆ ਗਿਆ। ਜਦੋਂ ਇਸ ਸੰਬੰਧੀ ਥਾਣਾ ਸਦਰ ਦੇ ਮੁਲਾਜ਼ਮਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਤਰਕ ਸੀ ਕਿ ਜੇਕਰ ਕੋਈ ਕੈਪਰੀ ਜਾਂ ਸ਼ੋਰਟਸ ਪਾ ਕੇ ਕਿਸੇ ਸਰਕਾਰੀ ਦਫ਼ਤਰ ਵਿੱਚ ਜਾਵੇ ਤਾਂ ਚੰਗਾ ਨਹੀਂ ਲੱਗਦਾ। ਇਹ ਸਾਡਾ ਸੱਭਿਆਚਾਰ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਕਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਇਹ ਫੈਸਲਾ ਲਿਆ ਗਿਆ। ਪੁਲਿਸ ਨੇ ਇਹ ਵੀ ਕਿਹਾ ਕਿ ਇਹ ਨੋਟੀਫਿਕੇਸ਼ਨ ਕਈ ਦਿਨ ਪਹਿਲਾਂ ਲਗਾਇਆ ਗਿਆ ਹੈ। ਇਸ ਨੋਟਿਸ ਦੇ ਵਿੱਚ ਪੁਲਿਸ ਨੇ ਲੋਕਾਂ ਨੂੰ ਪੂਰੇ ਕੱਪੜੇ ਪਾ ਕੇ ਹੀ ਥਾਣੇ ਆਉਣ ਦੀ ਅਪੀਲ ਕੀਤੀ ਹੈ। ਐਡੀਸ਼ਨਲ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਕਈ ਲੋਕ ਥਾਣੇ ਦੇ ਮਰਿਆਦਾ ਨੂੰ ਨਾ ਸਮਝ ਕੇ ਸ਼ੋਰਟ ਅਤੇ ਕੈਪਰੀ ਵਿੱਚ ਥਾਣੇ ਆ ਜਾਂਦੇ ਹਨ। ਇਸ ਮਾਮਲੇ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਦੇ ਕਈ ਲੋਕਾਂ ਨੇ ਇਤਰਾਜ਼ ਵੀ ਦਰਜ ਕਰਵਾਏ, ਪਰ ਉਸਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਸਮਝਦਾਰ ਹੁੰਦੇ ਹਨ ਅਤੇ ਅਜਿਹਾ ਹਰਕਤਾਂ ਨਹੀਂ ਕਰਦੇ, ਪਰ ਕੁਝ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਸ਼ੋਰਟਸ ਅਤੇ ਕੈਪਰੀ ਵਿੱਚ ਆਉਂਦੇ ਹਨ। ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਜ਼ਿਆਦਾ ਲੋਕ ਆਪਣੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਥਾਣੇ ਆਉਂਦੇ ਹਨ ਤਾਂ ਉਹਨਾਂ ਨਾਲ ਹੋਰ ਲੋਕ ਵੀ ਇਸੇ ਤਰ੍ਹਾਂ ਆ ਜਾਂਦੇ ਹਨ। ਪੁਲਿਸ ਅਧਿਕਾਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਕੋਈ ਅਜਿਹੇ ਕੱਪੜਿਆਂ ਵਿੱਚ ਥਾਣੇ ਆਉਂਦਾ ਹੈ ਤਾਂ ਉਸ ਦੀ ਸ਼ਿਕਾਇਤ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਸਟਾਫ ਨੇ ਇਸ ਸੰਬੰਧੀ ਕਈ ਵਾਰ ਲੋਕਾਂ ਨੂੰ ਜਾਗਰੂਕ ਕੀਤਾ ਹੈ। ਹਾਲਾਂਕਿ ਇਹ ਨੋਟਿਸ ਕਈ ਦਿਨ ਪਹਿਲਾਂ ਜਾਰੀ ਹੋਇਆ ਸੀ ਅਤੇ ਕਈ ਥਾਣਿਆਂ ਤੇ ਬਾਹਰ ਤਾਇਨਾਤ ਹੈ। ਬਚਾਅ ਤੇ ਅਲਰਟ ਲਈ ਗੂਗਲ ਐਂਡਰੋਇਡ ਸਮਾਰਟਫੋਨ ਲਈ ਭੂਚਾਲ ਅਲਰਟ ਦਾ ਫੀਚਰ ਆਫਰ ਕਰਦਾ ਹੈ, ਜਿਸ ਨੂੰ ਹਾਲ ਹੀ ਵਿੱਚ ਭਾਰਤ ਵਿੱਚ ਵੀ ਪੇਸ਼ ਕੀਤਾ ਗਿਆ। ਇਹ ਫੀਚਰ ਕਿਵੇਂ ਕੰਮ ਕਰਦਾ ਹੈ ਤੇ ਤੁਸੀਂ ਇਸ ਨੂੰ ਕਿਵੇਂ ਆਪਣੇ ਫੋਨ ਵਿੱਚ ਔਨ ਕਰ ਸਕਦੇ ਹੋ, ਤੁਹਾਨੂੰ ਦੱਸ ਦਿੰਦੇ ਹਾਂ ਕਿ ਪਹਿਲਾਂ ਤੋਂ ਹੀ ਕਈ ਦੇਸ਼ਾਂ ਵਿੱਚ ਇਹ ਫੀਚਰ ਮਿਲਦਾ ਹੈ। ਅਰਥਕੁਐਕ ਅਲਰਟ ਸਿਸਟਮ ਇਹ ਭੂਚਾਲ ਦਾ ਪਤਾ ਲਗਾਉਣ ਅਤੇ ਅਨੁਮਾਨ ਲਗਾਉਣ ਦੇ ਲਈ ਐਂਡਰੋਇਡ ਸਮਾਰਟਫੋਨਸ ਦੇ ਸੈਂਸਰ ਦਾ ਇਸਤੇਮਾਲ ਕਰਦਾ ਹੈ। ਇਹ ਫੀਚਰ ਭੂਚਾਲ ਦੇ ਝਟਕੇ ਸ਼ੁਰੂ ਹੁੰਦੇ ਹੀ ਅਰਲੀ ਵਾਰਨਿੰਗ ਦਿੰਦਾ ਹੈ। ਗੂਗਲ ਨੇ ਭਾਰਤ ਵਿੱਚ ਇਸ ਫੀਚਰ ਨੂੰ ਨੈਸ਼ਨਲ ਡਿਜ਼ਾਸਟਰਸ ਮੈਨੇਜਮੈਂਟ ਅਥਾਰਟੀ, ਨੈਸ਼ਨਲ ਸੈਂਟਰ ਫॉर ਸਿਸਮੋਲੋਜੀ ਤੇ ਮਿਨਿਸਟਰੀ ਆਫ ਅਰਥ ਸਾਇੰਸ ਦੇ ਨਾਲ ਕੰਸਲਟ ਕਰਕੇ ਲਾਂਚ ਕੀਤਾ ਹੈ। ਹਰ ਐਂਡਰੋਇਡ ਸਮਾਰਟਫੋਨ ਛੋਟੇ ਐਕਸਲਰੋਮੀਟਰ ਨਾਲ ਲੈਸ ਹੋ ਕੇ ਆਉਂਦਾ ਹੈ, ਜੋ ਕਿ ਮਿਨੀ ਸਿਸਮੋਮੀਟਰ ਵਜੋਂ ਕੰਮ ਕਰਦਾ ਹੈ। जबकि फोन या फिर एयरप्लेन मोड या फिर चार्जिंग ਤੇ ਲੱਗਾ ਹੋਵੇ ਉਦੋਂ ਇਹ ਭੂਚਾਲ ਦੇ ਝਟਕਿਆਂ ਦੀ ਸ਼ੁਰੂਆਤ ਦਾ ਪਤਾ ਲਗਾ ਸਕਦਾ ਹੈ। ਜੇਕਰ ਕਈ ਫੋਨ ਇੱਕ ਹੀ ਸਮੇਂ ਵਿੱਚ ਭੂਚਾਲ ਵਰਗੇ ਝਟਕਿਆਂ ਨੂੰ ਡਿਟੈਕਟ ਕਰਦੇ ਹਨ ਤਾਂ ਗੂਗਲ ਦਾ ਸਰਵਰ ਇਸ ਜਾਣਕਾਰੀ ਦਾ ਇਸਤੇਮਾਲ ਇਹ ਅਨੁਮਾਨ ਲਗਾਉਣ ਦੇ ਲਈ ਕਰ ਸਕਦਾ ਹੈ ਤੇ ਭੂਚਾਲ ਆ ਸਕਦਾ ਹੈ। ਨਾਲ ਹੀ ਇਸ ਨਾਲ ਇਸ ਦਾ ਕੇਂਦਰ ਤੇ ਤੀਬਰਤਾ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਬਾਅਦ ਗੂਗਲ ਦਾ ਸਰਵਰ ਆਸ-ਪਾਸ ਦੇ ਫੋਨ ਵਿੱਚ ਅਲਰਟ ਭੇਜਦਾ ਹੈ। ਇੰਟਰਨੈਟ ਸਿਗਨਲ ਪ੍ਰਕਾਸ਼ ਦੀ ਰਫ਼ਤਾਰ ਦੇ ਨਾਲ ਚੱਲਦੇ ਹਨ, ਜੋ ਜ਼ਮੀਨ ਜ਼ਰੀਏ ਭੂਚਾਲ ਦੇ ਝਟਕਿਆਂ ਤੇ ਫੈਸੇਲਨ ਦੀ ਤੁਲਨਾ ਵਿੱਚ ਬਹੁਤ ਤੇਜ਼ ਹਨ। ਇਸ ਲਈ ਅਕਸਰ ਗੰਭੀਰ ਝਟਕੇ ਆਉਣ ਨਾਲ ਕਈ ਸੈਕਿੰਡ ਪਹਿਲਾਂ ਅਲਰਟ ਫੋਨ ਤੇ ਪਹੁੰਚ ਜਾਂਦੇ ਹਨ। ਇਹ ਫੀਚਰ ਐਂਡਰੋਇਡ ਦੇ ਸਪੋਰਟ ਵਾਲੇ ਭਾਰਤ ਭਾਸ਼ਾਵਾਂ ਵਿੱਚ ਉਪਲਬਧ ਹਨ। ਏਸ਼ੀਆਈ ਖੇਡਾਂ 2023 ਵਿੱਚ 11ਵੇਂ ਦਿਨ ਤੀਰਅੰਦਾਜ਼ਾਂ ਨੇ ਭਾਰਤ ਨੂੰ 16ਵਾਂ ਸੋਨ ਤਗਮਾ ਦਿਵਾਇਆ ਹੈ। ਓਜਸ ਅਤੇ ਜੋਤੀ ਦੀ ਜੋੜੀ ਨੇ ਤੀਰਅੰਦਾਜ਼ੀ ਦੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ ਸਿਰਫ 1 ਅੰਕ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤ ਨੇ 159 ਅੰਕ ਬਣਾਏ, ਜਦਕਿ ਦੱਖਣੀ ਕੋਰੀਆ ਨੇ ਸਿਰਫ 158 ਅੰਕ ਤੋਂ ਤਗਮਾ ਜਿੱਤਣ ਤੇ ਖੁੰਝ ਗਿਆ।
ਇਸ ਤਰ੍ਹਾਂ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਸਭ ਤੋਂ ਵੱਧ ਤਮਗੇ ਜਿੱਤਣ ਦਾ ਰਿਕਾਰਡ ਬਣਾਇਆ ਹੈ। ਹੁਣ ਭਾਰਤ ਦੇ ਨਾਂ 71 ਮੈਡਲ ਹਨ, ਜਿਸ ਵਿੱਚ 16 골ਡ ਮੈਡਲ ਸ਼ਾਮਲ ਹਨ। ਇਸ ਤੋਂ ਪਹਿਲਾਂ ਭਾਰਤ ਦਾ ਸਰਵੋਤਮ ਪ੍ਰਦਰਸ਼ਨ 2018 ਏਸ਼ੀਆਡ ਵਿੱਚ ਸੀ, ਜਦੋਂ ਉਸਨੇ 16 ਸੋਨੇ ਸਮੇਤ ਕੁੱਲ 70 ਤਗਮੇ ਜਿੱਤੇ ਸਨ। ਭਾਰਤੀ ਤੀਰਅੰਦਾਜ਼ ਜੋਤੀ ਸੁਰੇਖਾ ਵੇਨਮ ਅਤੇ ਓਜਸ ਨੇ ਕਜ਼ਾਕਿਸਤਾਨ ਦੀ ਜੋੜੀ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਮਿਸ਼ਰਤ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾ ਕੇ ਤਮਗਾ ਪੱਕਾ ਕਰ ਲਿਆ ਹੈ। ਇਸ ਤੋਂ ਪਹਿਲਾਂ ਜੋਤੀ ਅਤੇ ਓਜਸ ਨੇ ਮਲੇਸ਼ੀਆ ਨੂੰ 158-155 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ ਸੀ। ਮੈਟਾ ਸਮੇਂ-ਸਮੇਂ ਤੇ ਕੁਝ ਨਵੇਂ ਬਦਲਾਅ ਕਰਦੀ ਰਹਿੰਦੀ ਹੈ। ਇਸ ਵਾਰ ਖਬਰ ਮਿਲ ਰਹੀ ਹੈ ਕਿ ਕੰਪਨੀ ਇਸ਼ਤਿਹਾਰ ਫ੍ਰੀ ਫੇਸਬੁੱਕ ਤੇ ਇੰਸਟਾਗ੍ਰਾਮ ਲਈ ਪੈਸੇ ਲੈਣ ਦੀ ਤਿਆਰੀ 'ਚ ਹੈ। ਜੀ ਹਾਂ, ਕੰਪਨੀ ਨੇ ਇਸ ਗੱਲ ਦਾ ਪ੍ਰਸਤਾਵ ਰੱਖਿਆ ਹੈ ਕਿ ਯੂਰੋਪੀਅਨ ਯੂਜ਼ਰਸ ਲਈ ਇੰਸਟਾਗ੍ਰਾਮ ਤੇ ਫੇਸਬੁੱਕ ਦਾ ਸਬਸਕ੍ਰਿਪਸ਼ਨਸ ਪਲਾਨ ਪੇਸ਼ ਕਰਨਾ ਚਾਹੁੰਦੀ ਹੈ। ਅਜਿਹੇ 'ਚ ਯੂਜ਼ਰਸ ਨੂੰ ਇਸ਼ਤਿਹਾਰ ਨਹੀਂ ਦਿਖਾਉਣਗੇ ਤੇ ਉਹਨਾਂ ਨੂੰ ਇਸ਼ਤਿਹਾਰ ਲਈ ਟਰੈਕ ਵੀ ਨਹੀਂ ਕੀਤਾ ਜਾਵੇਗਾ। ਨਵੀਂ ਮੀਡੀਆ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਇਹ ਨਵਾਂ ਪਲਾਨ ਉਦੋਂ ਆਇਆ ਜਦੋਂ ਅਮਰੀਕੀ ਵੱਡੀ ਟੇਕ ਕੰਪਨੀ ਦੀ ਸ਼ਕਤੀ ਤੇ ਰੋਕ ਲਗਾਉਣ ਲਈ ਯੂਰੋਪੀਅਨ ਸੰਘ ਨੇ ਨਿਯਮਾਂ ਨੂੰ ਬਹੁਤ ਸਖਤ ਕਰ ਦਿੱਤਾ। ਇਹ ਸਾਂਝੀ ਅੱਜ ਦੀਆਂ ਕੁਝ ਖਾਸ ਤੇ ਚੋਣਵੇਂ ਖਬਰਾਂ। ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਪੰਜਾਬ ਮਿਲ USA TV ਦੇ ਨਾਲ। ਫਿਲਹਾਲ ਦੇ ਲਈ ਸੁਰਵੀਰ ਤੋਂ ਇਜਾਜ਼ਤ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।